ਹਦਾਇਤਾਂ ਤੇ ਸਪੈਸ਼ਲ ਕੈਂਪੇਨ ਜਿਹੜਾ ਹੈ ਉਹ ਕਰੀਬ 5 ਜੁਲਾਈ ਤੋਂ ਆਪਾਂ ਚਲਾਇਆ ਸੀਗਾ ਡਰੱਗਸ ਦੇ ਅਗੇਂਸਟ। ਸੋ ਪਹਿਲਾਂ ਤਾਂ ਮੈਂ ਪੂਰੇ ਪਿਛਲੇ ਜਿਹੜਾ ਟਾਈਮ ਆ 1 ਮਹੀਨਾ ਕਰੀਬ ਹੋਣ ਵਾਲਾ ਹੈ ਉਹ 1 ਮਹੀਨੇ ਦੀਆਂ ਉਪਲਬਧੀਆਂ ਪੰਜਾਬ ਪੁਲਿਸ ਦੀਆਂ ਦੱਸਣੀਆਂ ਚਾਹੂੰਗਾ। ਸੋ ਪਿਛਲੇ 1 ਮਹੀਨੇ ਦੇ ਵਿੱਚ ਜਦੋਂ ਦਾ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਸਪੈਸ਼ਲ ਕੈਂਪੇਨ ਚਲਾਇਆ ਵਾ ਸੋ 2205 ਜਿਹੜੇ ਨੇ ਡਰੱਗ ਸਮਗਲਰ ਅਰੈਸਟ ਕੀਤੇ ਆ, ਜਿਹਦੇ 'ਚ 1730 FIR ਦਰਜ ਕੀਤੀਆਂ ਵਾ ਔਰ ਇਹ 2205 ਦੇ ਵਿੱਚ 260 ਜਿਹੜੇ ਨੇ ਉਹ ਵੱਡੇ ਸਮਗਲਰ ਨੇ, ਜਿਹੜੇ 145 ਕਮਰਸ਼ੀਅਲ ਕੇਸਿਸ ਆਪਾਂ ਦਰਜ ਕੀਤੇ ਆ ਉਹਦੇ ਵਿੱਚ ਅਰੈਸਟ ਕੀਤਾ ਇਹਨਾਂ ਨੂੰ 260 ਸਮਗਲਰਸ ਨੂੰ। ਔਰ ਇਸ ਸਮੇਂ ਦੌਰਾਨ 49 ਲੱਖ ਰੁਪਇਆ ਜਿਹੜਾ ਡਰੱਗ ਮਨੀ ਜਿਹੜੀ ਆ ਅਲੱਗ-ਅਲੱਗ ਜ਼ਿਲ੍ਹਿਆਂ ਨੇ ਰਿਕਵਰ ਕੀਤੀ ਹੈ ਔਰ 147.5 ਕਿਲੋ ਜਿਹੜੀ ਆਪਾਂ ਹੈਰੋਇਨ ਇਫੈਕਟਿਵ ਰਿਕਵਰੀ ਕਰਾਈ ਸੀ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ। ਉਸ ਤੋਂ ਇਲਾਵਾ ਪੰਜਾਬ ਦੇ ਵਿੱਚੋਂ 30 ਕਿਲੋ ਹੈਰੋਇਨ ਇਸ ਟਾਈਮ ਦੇ ਵਿੱਚ, 75 ਕਿਲੋ ਓਪੀਐਮ, 69 ਕਿਲੋ ਗਾਂਜਾ, 185 ਕੁਇੰਟਲ ਯਾਨੀ ਕਿ 18,500 ਕਿਲੋ ਪੌਪੀ ਹਸਕ ਔਰ 12.5 ਲੱਖ ਜਿਹੜੀਆਂ ਨੇ ਟੈਬਲੇਟਸ ਉਹ ਇਸ ਪੀਰੀਅਡ ਦੇ ਵਿੱਚ ਰਿਕਵਰ ਕੀਤੀਆਂ। ਇਹ ਜਿਹੜਾ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਇਹ ਜਿਹੜੀ ਪਰਫਾਰਮੈਂਸ ਆ ਇਹਨੂੰ ਹੁਣ ਪ੍ਰੋਪਰ ਇਹਦਾ ਐਨਾਲਿਸਿਸ ਕੀਤਾ ਜਾਏਗਾ ਔਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ 3 ਜਿਹੜੇ ਨੇ ਟੌਪ ਮੋਸਟ ਜਿਨ੍ਹਾਂ ਨੇ ਸਭ ਤੋਂ ਵਧੀਆ ਪਰਫਾਰਮ ਕੀਤਾ ਉਹ ਜਲਦੀ ਜ਼ਿਲ੍ਹੇ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਰਿਵਾਰਡ ਕੀਤਾ ਜਾਏਗਾ। ਔਰ ਇਹ ਜਿਹੜੀ ਮੁਹਿੰਮ ਆ ਇਹ ਜਿਹੜੀ ਮਹੀਨਾ ਹੋ ਗਿਆ ਹੁਣ, ਸਿਮਿਲਰਲੀ ਹਰ ਮਹੀਨੇ ਇੱਕ ਪਰਫਾਰਮੈਂਸ ਐਨਾਲਿਸਿਸ ਕਰਕੇ ਔਰ ਉਹਨਾਂ ਦੀਆਂ ਅਚੀਵਮੈਂਟਸ ਦੇ ਹਿਸਾਬ ਨਾਲ ਜ਼ਿਲ੍ਹਿਆਂ ਨੂੰ ਰਿਵਾਰਡ ਕੀਤਾ ਜਾਏਗਾ। ਔਰ ਜਿਹੜੀ ਪਿਛਲੇ ਹਫਤੇ ਦੀ ਜਿਹੜੀ ਰਿਕਵਰੀ ਹੈ, ਜਿਹੜੀ ਕਿ ਇਹਦੇ ਵਿੱਚ ਹੀ ਮੈਂ ਜਿਹੜੀ ਰਿਕਵਰੀ ਦੱਸੀ ਇਹਦਾ ਹੀ ਪਾਰਟ ਆ, ਉਹ ਪਿਛਲੇ ਹਫਤੇ 453 ਜਿਹੜੇ ਸਮਗਲਰ ਆ ਉਹ ਅਰੈਸਟ ਕੀਤੇ ਆ, 329 FIR ਦਰਜ ਕੀਤੀਆਂ ਔਰ 8.4 ਕਿਲੋ ਹੈਰੋਇਨ, 10 ਕਿਲੋ ਓਪੀਐਮ ਔਰ 21 ਕੁਇੰਟਲ ਪੌਪੀ ਹਸਕ ਰਿਕਵਰ ਕੀਤੀ ਹੈ ਪਿਛਲੇ ਹਫਤੇ ਔਰ 10.46 ਲੱਖ ਰੁਪਇਆ ਜਿਹੜਾ ਹੈ ਮਤਲਬ 10,40,000 ਜਿਹੜੇ ਨੇ ਰੁਪਏ ਉਹ ਰਿਕਵਰ ਕੀਤੇ ਗਏ ਆ ਡਰੱਗ ਮਨੀ ਦੇ ਤੌਰ ਦੇ ਉੱਤੇ। ਇਸੇ ਸਮੇਂ ਦੇ ਦੌਰਾਨ ਜਿਹੜੇ ਪੁਲਿਸ ਅਫੀਸ਼ੀਅਲਸ ਨੇ, ਜਿਹੜੀਆਂ ਬਲੈਕ ਸ਼ੀਪ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਜਿਨ੍ਹਾਂ ਨੇ ਮਾੜਾ ਕੰਮ ਵੀ ਕੀਤਾ ਹੈ, ਉਹਨਾਂ ਦੇ ਵਿੱਚ 6 ਪੁਲਿਸ ਅਫੀਸ਼ੀਅਲਸ ਤੇ ਐਕਸ਼ਨ ਲਿਆ, ਜਿਹਦੇ ਵਿੱਚ ਇੱਕ DSP ਆ ਔਰ ਇੱਕ ਇੰਸਪੈਕਟਰ ਆ ਜਿਹੜਾ ਡਿਸਮਿਸ ਵੀ ਕੀਤਾ ਹੈ ਔਰ 2 ASI, ਇੱਕ ਸਬ ਇੰਸਪੈਕਟਰ ਔਰ ਇੱਕ ਹੈੱਡ ਕਾਂਸਟੇਬਲ, ਜਿਹਦੇ ਵਿੱਚ 4 ਨੂੰ ਡਿਸਮਿਸ ਕੀਤਾ ਗਿਆ ਵਾ, ਇੱਕ ਨੂੰ ਕਰਿੰਦਾ ਜਿਹੜਾ ਐਡੀਸ਼ਨਲ SHO ਸੀ ਉਹ ਅਰੈਸਟ ਹੋਇਆ ਹੈ, ਇੱਕ DSP ਨੂੰ ਅਰੈਸਟ ਕੀਤਾ ਗਿਆ ਵਾ। ਸੋ ਜਿਹੜੀ ਜ਼ੀਰੋ ਟੋਲਰੈਂਸ ਆ ਮਾਨਯੋਗ ਸੀਐਮ ਸਾਹਿਬ ਦੀ ਕਿ ਡਰੱਗਸ ਦੇ ਅਗੇਂਸਟ ਐਕਸ਼ਨ ਵੀ ਲੈਣਾ ਹੈ ਔਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਚਾਹੇ ਉਹ ਕਿਸੇ ਵੀ ਲੈਵਲ ਦਾ ਅਫੀਸ਼ੀਅਲ ਹੋਵੇ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ। ਸੋ ਉਹ ਵੀ ਜਿਹੜੀ ਮੁਹਿੰਮ ਆ ਇਹਦੇ ਵਿੱਚ ਜਾਰੀ ਹੈ। ਇੱਕ ਹੋਰ ਮੈਂ ਦੱਸਣਾ ਚਾਹਾਂਗਾ ਕਿ ਇੱਕ ਇੰਸਪੈਕਟਰ ਜਿਹੜਾ ਪਰਮਿੰਦਰ ਬਾਜਵਾ ਜਿਹਨੂੰ ਡਿਸਮਿਸ ਕੀਤਾ ਸੀਗਾ, ਅੱਜ ਫਿਰੋਜ਼ਪੁਰ ਪੁਲਿਸ ਨੇ ਉਹਦੇ ਘਰ ਵੀ ਰੇਡ ਕੀਤੀ ਸੀਗੀ ਔਰ ਉਹਦੇ ਘਰੋਂ 4 ਕਿਲੋ ਔਰ ਕੁਝ ਗ੍ਰਾਮ ਨਸ਼ੀਲਾ ਪਾਊਡਰ ਮਿਲਿਆ ਵਾ ਔਰ 3700 ਟੈਬਲੇਟਸ ਕੈਪਸੂਲਸ ਮਿਲੇ ਉਹਦੇ ਘਰੋਂ। ਉਹਦੇ ਤੇ ਅਲੱਗ ਤੋਂ ਇੱਕ ਪਰਚਾ ਦਰਜ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ। ਸੋ ਉਹ ਤਫਤੀਸ਼ ਜਿਹੜੀ ਆ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਾਰੀ ਆ। ਆਲਰੇਡੀ ਇੰਸਪੈਕਟਰ ਡਿਸਮਿਸਡ ਆ, ਜਿਹੜੇ 4 ਉਹਦੇ ਚ ਦੋਸ਼ੀ ਸੀਗੇ, ਜਿਹੜਾ ਪਿੱਛੇ ਕੇਸ ਹੋਇਆ ਸੀਗਾ ਉਹ ਚੋਂ 3 ਅਰੈਸਟ ਹੋ ਗਏ ਸੀਗੇ ਔਰ ਇਹ ਇੰਸਪੈਕਟਰ ਜਿਹੜਾ ਹੈ ਇਹ ਅਜੇ ਅਰੈਸਟ ਹੋਣ ਵਾਲਾ ਰਹਿੰਦਾ ਵਾ ਔਰ ਆਲਰੇਡੀ ਡਿਸਮਿਸ ਕੀਤਾ ਗਿਆ ਵਾ। ਸੋ ਅੱਜ ਇਹਦੇ ਪ੍ਰਾਈਵੇਟ ਰੈਜ਼ੀਡੈਂਸ ਤੇ ਰੇਡ ਕਰਕੇ ਉੱਥੋਂ 4 ਕਿਲੋ ਤੋਂ ਜ਼ਿਆਦਾ ਇਹ ਪਾਊਡਰ ਔਰ ਟੈਬਲੇਟਸ ਜਿਹੜੀਆਂ ਮਿਲੀਆਂ, ਜਿਹਦੇ ਸਬੰਧ ਚ ਅਲੱਗ ਤੋਂ FIR ਦਰਜ ਕੀਤੀ ਗਈ। ਇਨਟੌਕਸੀਕੇਟਿੰਗ ਪਾਊਡਰ ਆ, ਉਹ ਫਿਰ ਟੈਸਟਿੰਗ ਜਦੋਂ ਹੁੰਦੀ ਆ ਉਦੋਂ ਕਲੀਅਰ ਹੋ ਜਾਏਗਾ ਕਿ ਕੀ ਹੈਗਾ, ਕਿਉਂਕਿ ਪ੍ਰਾਇਮਰੀ ਤੌਰ ਤੇ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਵੀ ਉਹ ਪਾਊਡਰ ਇਨਟੌਕਸੀਕੇਟਿੰਗ ਆ, ਮਤਲਬ ਕੋਈ ਨਸ਼ੀਲਾ ਪਾਊਡਰ ਆ। ਅਜੇ ਫਰਾਰ ਆ, ਭਾਲ ਜਾਰੀ ਆ, ਜਲਦੀ ਅਰੈਸਟ ਹੋ ਜਾਏਗਾ। ਸੋ ਜਿਹੜੀ ਲਾਸਟ ਵੀਕ ਦੀ ਪਰਫਾਰਮੈਂਸ ਸੀਗੀ ਉਹਦੇ ਵਿੱਚ ਜਿਹੜੇ ਕੇਸਿਸ ਆਪਾਂ ਦਰਜ ਕੀਤੇ ਆ 45, ਉਹਦੇ 'ਚ ਮੈਕਸੀਮਮ ਮੋਗਾ ਜ਼ਿਲ੍ਹੇ ਨੇ ਕੀਤੇ ਆ 7 ਕੇਸਿਸ, 4 ਕੇਸਿਸ ਲੁਧਿਆਣਾ ਕਮਿਸ਼ਨਰੇਟ ਨੇ ਔਰ 4 ਮੁਕਤਸਰ ਨੇ ਜਿਹੜੇ ਕਮਰਸ਼ੀਅਲ ਕੁਆਂਟਿਟੀ ਦੇ ਕੇਸਿਸ ਆ। ਔਰ ਜਿਹੜੇ ਮੀਡੀਅਮ ਕੁਆਂਟਿਟੀ ਦੇ ਕੇਸਿਸ ਆ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ 31,
ਫਿਰੋਜ਼ਪੁਰ 'ਚ 14 ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ 12। ਸਮॉल ਕੁਆਂਟੀਟੀ ਵਾਲੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 16, ਗੁਰਦਾਸਪੁਰ 'ਚ 8 ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ 5 ਕੇਸਿਸ ਦਰਜ ਕੀਤੇ ਗਏ ਆ। ਸੋ ਇਹ ਜਿਹੜਾ ਅਸੀਂ ਪਰਫਾਰਮੈਂਸ ਜਿਹੜੀ ਐਨਾਲਾਈਜ਼ ਦੀ ਮੈਂ ਗੱਲ ਕਰ ਰਿਹਾ ਹਾਂ, ਉਹ ਪੂਰਾ ਜ਼ਿਲ੍ਹੇ ਦਾ ਕਿਸ ਤਰ੍ਹਾਂ ਦੀ ਰਿਕਵਰੀ ਹੈ, ਸਭ ਤੋਂ ਵੱਧ ਵੇਟੇਜ ਜਿਹੜੀ ਦਿੱਤੀ ਗਈ ਹੈ ਉਹ ਕਮਰਸ਼ੀਅਲ ਕੁਆਂਟੀਟੀ ਨੂੰ ਦਿੱਤੀ ਗਈ ਹੈ, ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਜ਼ਾ ਸਭ ਤੋਂ ਵੱਧ ਹੁੰਦੀ ਹੈ। ਦੂਸਰੇ ਨੰਬਰ ਤੇ ਨੰਬਰ ਆਫ FIRs ਕਿੰਨੀਆਂ ਨੇ ਔਰ ਕੀ ਰਿਕਵਰੀ ਉਹਦੇ ਵਿੱਚ ਕੀਤੀ ਗਈ ਹੈ, ਔਰ ਸਭ ਨਾਲ ਇਹ ਵੀ ਧਿਆਨ ਰੱਖਿਆ ਕਿ ਜ਼ਿਲ੍ਹੇ ਦਾ ਸਾਈਜ਼ ਕੀ ਹੈ। ਸੋ ਜ਼ਿਲ੍ਹਿਆਂ ਨੂੰ ਅਸੀਂ 3 ਅਲੱਗ-ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕਰਕੇ, ਜਿਹਦੇ ਵਿੱਚ ਥਾਣਿਆਂ ਦੀ ਜਿਹੜੀ ਸੰਖਿਆ ਉਹਦੇ ਹਿਸਾਬ ਨਾਲ ਕਿ 15 ਤੋਂ ਵੱਧ ਜਿਹੜੇ ਥਾਣੇ ਆ, ਫਿਰ 10 ਤੋਂ 15 ਥਾਣੇ, ਫਿਰ 10 ਤੋਂ ਘੱਟ ਥਾਣੇ। ਸੋ ਉਹਨਾਂ 3 ਗਰੁੱਪਸ ਦੇ ਵਿੱਚ, ਕਿਉਂਕਿ ਜਦੋਂ ਆਪਾਂ ਕੋਈ ਕਿਸੇ ਦਾ ਦੂਸਰੇ ਨਾਲ ਕੰਪੈਰੀਜ਼ਨ ਕਰਦੇ, ਬਹੁਤ ਜ਼ਰੂਰੀ ਹੈ ਕਿ ਮਾਪਦੰਡ ਜਿਹੜੇ ਆ ਉਹ ਵੀ ਬਰਾਬਰਤਾ ਦੇ ਹੋਣ। ਸੋ ਉਹ 3 ਗਰੁੱਪ 'ਚ ਡਿਵਾਈਡ ਕਰਕੇ ਫਿਰ ਉਹਨਾਂ ਦੀ ਪਰਫਾਰਮੈਂਸ ਰਿਵਿਊ ਕਰਕੇ ਫਿਰ ਹਰ ਗਰੁੱਪ 'ਚੋਂ ਇੱਕ ਜ਼ਿਲ੍ਹਾ ਟੌਪ ਤੇ ਕੱਢ ਕੇ ਉਹ 3 ਜ਼ਿਲ੍ਹੇ ਜਿਹੜੇ ਟੌਪ ਤੇ ਨਿਕਲਣਗੇ ਉਹਨਾਂ ਨੂੰ ਫਿਰ ਰਿਵਾਰਡ ਕੀਤਾ ਜਾਏਗਾ ਇਸ ਕੰਟੈਕਸਟ ਦੇ ਵਿੱਚ। ਹੋਰ ਤੁਹਾਡਾ ਕੋਈ ਕੁਐਸਚਨ ਹੋਵੇ ਕੋਈ ਸਪੈਸੀਫਿਕ? ਲੋਕਾਂ ਵੱਲੋਂ ਤੁਸੀਂ ਕਿਹਾ ਸੀ ਪ੍ਰੈਸ ਕਾਨਫਰੰਸ ਕਰਾਂਗੇ, ਲੋਕਾਂ 'ਚ ਗੱਲ ਜਾਏਗੀ, ਲੋਕਾਂ ਨੂੰ ਹਮਾਰਾ ਮਿਲ ਰਿਹਾ ਕੋਈ? ਬਹੁਤ ਜ਼ਿਆਦਾ ਮਿਲ ਰਿਹਾ ਜੀ। ਜਿੱਦਾਂ ਹੁਣ ਮੇਰਾ ਨੰਬਰ ਵੀ ਕਾਫੀ ਸਰਕੂਲੇਟ ਹੋਇਆ, ਈਵਨ ਮੇਰਾ ਪਰਸਨਲ ਜਿਹੜਾ ਮੋਬਾਈਲ ਨੰਬਰ ਆ ਉਹਦੇ ਤੇ ਕਾਫੀ ਫੋਨ ਆਉਂਦੇ ਆ, ਕਾਫੀ ਇਨਫੋਰਮੇਸ਼ਨ ਆਉਂਦੀ ਆ ਔਰ ਕਾਫੀ ਉਪਲਬਧੀਆਂ ਵੀ ਹੁੰਦੀਆਂ ਉਸ ਵਿੱਚ। ਸੋ ਜੀ ਪੁੱਛੋ ਕੋਈ ਪੁਲਿਸ ਦੀ ਜਾਂਚ ਵਾਸਤੇ ਕੋਈ ਬਿੰਗੋ में ਹੋਵੇ ਕਿ ਪੁਲਿਸ ਵਾਲੇ ਕਿਹੜੇ ਇਨਵੋਲਵਮੈਂਟ ਪੁਲਿਸ ਆਉਂਦੀ ਹੈ ਅਕਸਰ? ਉਹ ਦੇਖੋ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸਪੈਸ਼ਲ ਬ੍ਰਾਂਚ ਹੁੰਦੀ ਹੈ ਹਰ ਜ਼ਿਲ੍ਹੇ ਦੇ ਵਿੱਚ, ਜਿਹੜੀ ਕਿ ਕਈ ਵਾਰੀ ਇਨਐਕਟਿਵ ਹੁੰਦੀ ਹੈ, ਪਰ ਅੱਜ ਕੱਲ੍ਹ ਉਹਨੂੰ ਬਹੁਤ ਐਕਟੀਵੇਟ ਕੀਤਾ ਗਿਆ ਸਪੈਸ਼ਲ ਬ੍ਰਾਂਚਿਸ ਨੂੰ। ਹਰ ਜ਼ਿਲ੍ਹੇ ਦੀ ਸਪੈਸ਼ਲ ਬ੍ਰਾਂਚ ਦਾ ਇੱਕ ਇੰਸਪੈਕਟਰ ਜਾਂ DSP ਇੰਚਾਰਜ ਹੈ, ਡਿਪੈਂਡਿੰਗ ਅਪਨ ਦੀ ਸਾਈਜ਼ ਆਫ ਦੀ ਡਿਸਟ੍ਰਿਕਟ। ਜਿੱਦਾਂ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ DSP ਸਪੈਸ਼ਲ ਬ੍ਰਾਂਚ ਜਾਂ ACP ਸਪੈਸ਼ਲ ਬ੍ਰਾਂਚ, ਜਾਂ ਜਿਹੜੇ ਵੱਡੇ ਜ਼ਿਲ੍ਹੇ ਨੇ ਜਿੱਦਾਂ ਕਮਿਸ਼ਨਰੇਟ ਆ ਉੱਥੇ ADCP ਲੈਵਲ ਦੇ ਅਫਸਰ ਵੀ ਲਗਾਏ ਗਏ ਆ। ਸੋ ਉਹ ਜਿਹੜੀ ਸਪੈਸ਼ਲ ਬ੍ਰਾਂਚ ਦੇ ਵਿੱਚ ਜਿਹੜੇ ਆਫੀਸਰ ਲਗਾਏ ਗਏ ਆ ਉਹ ਇੰਟਰਨਲ ਇੰਟੈਲੀਜੈਂਸ ਦਾ ਕੰਮ ਕਰਦੇ ਆ। ਸੋ ਉਹਨਾਂ ਤੋਂ ਇਨਫੋਰਮੇਸ਼ਨ ਬਹੁਤ ਸਾਰੀ ਆਉਂਦੀ ਆ ਔਰ ਬਹੁਤ ਸਾਰੀਆਂ, ਜਿੱਦਾਂ ਮੈਂ ਦੱਸਿਆ, ਜਿਹੜੀਆਂ ਆਹ ਵਾਲੀ ਜਿਹੜੀ ਇਨਫੋਰਮੇਸ਼ਨ ਫਿਰੋਜ਼ਪੁਰ ਵਾਲੀ ਸੀਗੀ, ਇਹ ਵੀ ਪੁਲਿਸ ਨੇ ਇੰਟਰਨਲੀ ਆਪੇ ਲੱਭ ਕੇ ਆਪ ਹੀ ਉਹਨਾਂ ਦੇ ਉੱਤੇ ਐਕਸ਼ਨ ਲਿਆ। ਸਿਮਿਲਰਲੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਈਵਨ ਮਾਨਯੋਗ CM ਸਾਹਿਬ ਔਰ DG ਸਾਹਿਬ ਦੀਆਂ ਵੀ ਹਦਾਇਤਾਂ ਹੈ ਕਿ ਇਹਨਾਂ ਨੂੰ ਹੋਰ ਐਕਟੀਵੇਟ ਕੀਤਾ ਜਾਵੇ। ਇਹ ਦੋਨੇ ਕੰਮ ਕਰਦੇ ਆ, ਮਤਲਬ ਆਰਗੇਨਾਈਜ਼ਡ ਕ੍ਰਾਈਮ ਦੀ ਇਨਫੋਰਮੇਸ਼ਨ ਵੀ, ਡਰੱਗਸ ਦੀ ਇਨਫੋਰਮੇਸ਼ਨ ਵੀ, ਔਰ ਜਿਹੜੇ ਸਾਡੇ ਕੋਈ ਪੁਲਿਸ ਮੁਲਾਜ਼ਮ ਗਲਤ ਕੰਮ 'ਚ ਇਨਵੋਲਵਡ ਆ ਕਿਸੇ ਵੀ ਤਰ੍ਹਾਂ ਦੇ, ਉਹਨਾਂ ਦੇ ਬਾਰੇ 'ਚ ਵੀ ਜਾਣਕਾਰੀ ਦਿੰਦੇ ਆ। ਸਰ ਤੁਸੀਂ ਕਿਹਾ ਵੀ ਜਿਹੜੇ 4 ਪੁਲਿਸ ਮੁਲਾਜ਼ਮ ਜਿਹੜੇ ਬਰਖਾਸਤ ਕੀਤੇ ਨੇ, ਇੱਕ ਤੁਸੀਂ DSP ਦੀ ਵੀ ਗੱਲ ਕੀਤੀ ਹੈ, ਇਹ DSP ਕਿਹੜੇ ਮਾਮਲੇ 'ਚ ਹੈ, ਕੀ ਇਹਨੂੰ ਵੀ ਬਰਖਾਸਤ ਕੀਤਾ ਜੀ? ਤੇ ਉਹਨਾਂ ਦੀ ਡਿਸਪਲਿਨਰੀ ਐਕਸ਼ਨ ਸਸਪੈਂਡ ਕੀਤਾ ਗਿਆ ਹੈ। ਫਰਦਰ ਅਜੇ ਡਿਪਾਰਟਮੈਂਟਲ ਇਨਕੁਆਇਰੀ ਜਿਹੜੀ ਆ ਚੱਲ ਰਹੀ ਆ। FIR ਦੇ ਵਿੱਚ ਅਰੈਸਟ ਆਲਰੇਡੀ ਹੋ ਚੁੱਕਾ ਹੈ। ਉਹ FIR ਸੀ ਜਿਹਦੇ ਵਿੱਚ ਉਹ ਕਿਸੇ ਦੇ ਡਰੱਗ ਦੇ ਵਿੱਚ ਇਨਵੋਲਵ ਜਿਹੜਾ ਬੰਦਾ ਸੀਗਾ ਉਹਦੀ ਦਲਾਲੀ ਕਰ ਰਿਹਾ ਸੀ, ਬੇਸਿਕਲੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਉਸ ਕੇਸ 'ਚ ਕਰਪਸ਼ਨ ਐਕਟ 'ਚ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਔਰ ਉਹ ਕੇਸ ਦੀ ਜਿਹੜੀ ਜਾਂਚ ਆ, ਜਿਹੜੀ ਇਨਵੈਸਟੀਗੇਸ਼ਨ ਆ, ਹੁਣ ਵਿਜੀਲੈਂਸ ਡਿਪਾਰਟਮੈਂਟ ਕਰ ਰਿਹਾ ਵਾ, ਤਾਂ ਜੋ ਨਿਰਪੱਖ ਉਹਦੀ ਜਾਂਚ ਹੋਵੇ, ਬਿਨਾਂ ਕਿਸੇ ਭੇਦਭਾਵ ਤੋਂ ਠੀਕ ਤਰੀਕੇ ਨਾਲ ਹੋਵੇ। ਉਹ ਵਿਜੀਲੈਂਸ ਡਿਪਾਰਟਮੈਂਟ ਨੂੰ ਰੈਫਰ ਕਰ ਦਿੱਤੀ ਗਈ ਸੀ ਜਾਂਚ। ਸਰ ਜਿਹੜਾ ਐਂਬੂਲੈਂਸ ਵਾਲਾ ਮਾਮਲਾ ਉਹਦੇ ਵਿੱਚ ਕੁਝ ਆਇਆ ਕਿ ਇਨਵੈਸਟੀਗੇਸ਼ਨ ਹੋ ਰਿਹਾ ਕਿ ਰੈਲੀ ਤੇ ਜਿਹੜਾ ਨਾਂ ਅਰੈਸਟ ਕਰੇਗੀ ਉਹਦਾ ਇੱਕ ਪੋਲੀਟੀਕਲੀ ਕਾਉਂਸਲਰ ਦਾ ਨਾਮ ਸਾਹਮਣੇ ਨਹੀਂ, ਅਜੇ ਇਦਾਂ ਦੀ ਜਾਣਕਾਰੀ ਆਈ ਨਹੀਂ ਸਾਹਮਣੇ। ਜੋ ਕੋਈ ਤੱਥ ਕੋਈ ਇਹੋ ਜਿਹਾ ਆਏਗਾ ਤਾਂ ਜ਼ਰੂਰ ਆਪਾਂ ਤੁਹਾਡੀ ਨੌਲੇਜ 'ਚ ਲੈ ਕੇ ਆਵਾਂਗੇ। ਸਰ ਇੱਕ ਲਾਸਟ ਵੀਕ ਤੁਹਾਡੇ ਕੋਲ ਪੁੱਛਿਆ ਸੀ RPG ਅਟੈਕ ਦਾ ਕੀ ਸਟੇਟਸ ਹੈ ਸਰ? ਅਜੇ ਉਹਦੇ 'ਚ ਨਾ ਜਿਹੜੇ ਅਕਿਊਜ਼ ਸੀਗੇ 3 ਅਜੇ ਰਹਿੰਦੇ ਫੜੇ ਜਾਣ ਵਾਲੇ, ਸੋ ਉਹਦੇ ਤੇ ਲੱਗੇ ਹੋਏ ਆ, ਇਨਵੈਸਟੀਗੇਸ਼ਨ ਟੀਮ ਜਿਹੜੀ ਲੱਗੀ ਹੋਈ ਹੈ, ਬਟ ਅਜੇ ਫਰਦਰ ਅਜੇ ਨਹੀਂ ਹੋਈ ਡਿਵੈਲਪਮੈਂਟ ਕੋਈ ਉਹਦੇ ਵਿੱਚ। ਨਹੀਂ, ਅਜੇ ਹੋਏ ਨਹੀਂ ਅਰੈਸਟ। ਜਦੋਂ ਵੀ ਹੋਣਗੇ ਇਮੀਡੀਏਟਲੀ ਦੱਸਾਂਗੇ ਤੁਹਾਨੂੰ। ਅਜੇ ਉਹਦੇ 'ਚ ਅਰੈਸਟ ਨਹੀਂ ਹੈ, ਅਜੇ ਉੱਥੇ ਤੱਕ ਹੀ ਜਿੰਨਾ ਦੱਸਿਆ। ਬਾਕੀ ਮਲੇਰਕੋਟਲਾ ਦਾ ਇਨਸੀਡੈਂਟ ਹੋਇਆ ਸੀਗਾ, ਉਹ ਸੌਰਟ ਆਊਟ ਟ੍ਰੇਸ ਹੋ ਗਿਆ ਵਾ। ਉਹਦੇ ਬਾਰੇ 'ਚ IG ਪਟਿਆਲਾ ਜ਼ੋਨ ਅਲੱਗ ਤੋਂ ਪ੍ਰੈਸ ਕਾਨਫਰੰਸ ਕਰਨਗੇ, ਉਹ ਸਾਰਾ ਡਿਟੇਲਸ ਉਹ ਦੱਸਣਗੇ। ਕਰੀਬ 4:30 ਤੋਂ 5 ਵਜੇ ਦੇ ਦਰਮਿਆਨ ਉਹ ਪ੍ਰੈਸ ਕਾਨਫਰੰਸ ਕਰਨਗੇ, ਕਿਉਂਕਿ ਉਹਨਾਂ ਨੇ ਆਪ, ਉਹਨਾਂ ਦੀ ਸੁਪਰਵਿਜ਼ਨ 'ਚ ਸਾਰੀ ਤਫਤੀਸ਼ ਹੋਈ ਹੈ। ਹਾਂਜੀ, ਨਹੀਂ ਉੱਥੇ ਹੀ ਕਰਨਗੇ, ਮਲੇਰਕੋਟਲਾ 'ਚ ਕਰਨਗੇ।